ਮਨਪ੍ਰੀਤ ਜੀ, ਐਸਜੀਪੀਸੀ ਵੱਲੋਂ ਸਿੱਖ ਗੁਰਦੁਆਰਾ ਸੋਧ ਬਿੱਲ ਰੱਦ ਕਰ ਦਿੱਤਾ ਗਿਆ ਹੈ ਜੀ। ਬਿਲਕੁਲ, ਦੇਖੋ ਜਿਸ ਦੀ ਸੰਭਾਵਨਾ ਸੀ, ਜਿਸ ਕਰਕੇ ਸਪੈਸ਼ਲ ਸੈਸ਼ਨ ਬੁਲਾਇਆ ਗਿਆ ਸੀ, ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੋ ਪ੍ਰਧਾਨ ਨੇ ਐਸਜੀਪੀਸੀ ਦੇ, ਉਹਨਾਂ ਨੇ ਗੁਰਦੁਆਰਾ ਜਿਹੜਾ ਇਹ ਬਿੱਲ ਨਵਾਂ ਲੈ ਕੇ ਆਂਦਾ, ਪੰਜਾਬ ਵਿਧਾਨ ਸਭਾ ਦੇ ਵਿੱਚ ਪਾਸ ਹੋਇਆ, 20 ਜੂਨ ਨੂੰ ਪਾਸ ਹੋਇਆ ਸੀ ਔਰ ਉਹਦੇ ਵਿੱਚ ਇੱਕ ਧਾਰਾ ਲਾਈ ਗਈ ਸੀ 125 ਸੈਕਸ਼ਨ। ਉਹ ਇਸ ਕਰਕੇ ਲਾਈ ਗਈ ਸੀ ਵਾਸੂ ਜੀ, ਤਾਂ ਕਿ ਜਿਹੜਾ ਗੁਰਬਾਣੀ ਦਾ ਪ੍ਰਸਾਰਣ ਦਰਬਾਰ ਸਾਹਿਬ ਤੋਂ ਹੁੰਦਾ ਉਹ ਕੇਵਲ ਇੱਕ ਨਿੱਜੀ ਚੈਨਲ ਕੋਲੇ ਨਾ ਜਾਵੇ ਜਾਂ ਇੱਕ ਖਾਸ ਚੈਨਲ ਕੋਲੇ ਨਾ ਜਾਵੇ, ਸਾਰੇ ਚੈਨਲਸ ਉਹਨੂੰ ਪ੍ਰਸਾਰਣ ਕਰ ਸਕਣ, ਉਹਦਾ ਪ੍ਰਸਾਰਣ ਕਰਨ ਤੇ ਨਾਲ ਦੀ ਨਾਲ ਰੇਡੀਓ ਤੇ ਵੀ ਜਾਵੇ ਤੇ ਡਿਜੀਟਲ ਮੀਡੀਆ ਤੇ ਵੀ ਜਾਵੇ। ਇਹ ਸਰਕਾਰ ਦੀ ਮਨਸ਼ਾ ਸੀ, ਪਰ ਇਸ ਨੂੰ ਲੈ ਕੇ ਹਰਜਿੰਦਰ ਸਿੰਘ ਧਾਮੀ ਜਾਂ ਐਸਜੀਪੀਸੀ ਕਹਿ ਲਓ ਜਾਂ ਈਵਨ ਕਿ ਸ਼੍ਰੋਮਣੀ ਅਕਾਲੀ ਦਲ ਕਹਿ ਲਓ, ਇਹ ਲਗਾਤਾਰ ਸਰਕਾਰ ਤੇ ਇਹ ਇਲਜ਼ਾਮ ਲਾ ਰਹੇ ਸੀ, ਖਾਸ ਤੌਰ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ, ਜਿਨ੍ਹਾਂ ਨੇ ਇਹ ਬਿੱਲ ਲੈ ਕੇ ਆਂਦਾ ਕਿ ਇਹ ਸਿੱਖ ਮਾਮਲਿਆਂ ਦੇ ਵਿੱਚ ਜਾਂ ਸਿੱਖਾਂ ਦੇ ਧਾਰਮਿਕ ਮਾਮਲਿਆਂ ਦੇ ਵਿੱਚ ਦਖਲਅੰਦਾਜ਼ੀ ਕਰ ਰਹੇ ਨੇ। ਸੋ ਇਸ ਕਰਕੇ ਮੈਨੂੰ ਲੱਗਦਾ ਹੁਣ ਐਸਜੀਪੀਸੀ ਦੇ ਵੀ ਸਵਾਲ ਖੜੇ ਹੋਣਗੇ, ਕਿਉਂਕਿ ਇੱਕ ਪਹਿਲੀ ਇਹ ਨਹੀਂ ਹੈ ਕਿ ਸਰਕਾਰ ਨੇ ਇਹ ਕੰਮ ਕੀਤਾ। ਤੁਹਾਨੂੰ ਯਾਦ ਹੋਣਾ ਵਾਸੂ ਜੀ ਕਿ ਜਿਹੜੇ ਸਾਬਕਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਗਿਆਨੀ ਹਰਪ੍ਰੀਤ ਸਿੰਘ, ਉਹਨਾਂ ਨੇ ਲਗਭਗ 1 ਸਾਲ ਪਹਿਲਾਂ ਕਿਹਾ ਸੀ ਐਸਜੀਪੀਸੀ ਨੂੰ ਕਿ ਤੁਸੀਂ ਆਪਣਾ YouTube ਚੈਨਲ ਖੋਲੋ, ਤੁਹਾਡਾ ਅਲੱਗ ਚੈਨਲ ਹੋਣਾ ਚਾਹੀਦਾ, ਇਹ ਕੇਵਲ ਕਿਸੇ ਖਾਸ ਇੱਕ ਪਰਿਵਾਰ ਦੇ ਨਾਲ ਸੰਬੰਧਿਤ ਨਹੀਂ ਹੋਣਾ ਚਾਹੀਦਾ। ਹੁਣ ਸਾਨੂੰ ਇਹ ਵੀ ਪਤਾ ਕਿ 14 ਜੁਲਾਈ ਨੂੰ ਇਹ ਜਿਹੜਾ ਇਕਰਾਰਨਾਮਾ ਪਿਛਲੇ ਲਗਭਗ 1 ਦਹਾਕੇ ਤੋਂ ਵੀ ਵੱਧ ਸਮੇਂ ਤੋਂ ਇਹ ਲਗਾਤਾਰ ਇੱਕ ਚੈਨਲ ਦੇ ਨਾਲ ਹੋਇਆ ਇਹ ਖਤਮ ਹੋਣ ਜਾ ਰਿਹਾ। ਦੂਸਰਾ ਸਵਾਲ ਇਹ ਪੈਦਾ ਹੁੰਦਾ, ਹੁਣ ਐਸਜੀਪੀਸੀ ਇਹ ਵੀ ਕਹਿੰਦੀ ਹੈ ਵਾਸੂ ਜੀ ਕਿ ਅਸੀਂ ਤਾਂ ਸੰਘਰਸ਼ ਕਰਾਂਗੇ, ਅਸੀਂ ਪ੍ਰੋਟੈਸਟ ਕਰਾਂਗੇ, ਅਸੀਂ ਧਰਨੇ ਪ੍ਰਦਰਸ਼ਨ ਕਰਾਂਗੇ, ਪਰ ਦੂਸਰੇ ਪਾਸੇ ਤੁਸੀਂ ਇਹ ਦੇਖੋ ਕਿ ਐਸਜੀਪੀਸੀ ਦੀਆਂ ਚੋਣਾਂ ਹੋਈਆਂ, ਇਹ ਇੱਕ ਇਲੈਕਟਿਡ ਬਾਡੀ ਆ, ਇੱਕ ਡੈਮੋਕ੍ਰੈਟਿਕ ਬਾਡੀ ਆ, ਇੱਕ ਲੋਕਤੰਤਰਿਕ ਪ੍ਰਕਿਰਿਆ ਦੇ ਨਾਲ ਬਣੀ ਆ ਔਰ ਇਸ ਦੀਆਂ ਚੋਣਾਂ ਹੋਈਆਂ ਨੂੰ ਲਗਭਗ 12 ਸਾਲ ਤੋਂ ਵੀ ਵੱਧ ਦਾ ਸਮਾਂ ਹੋ ਗਿਆ। ਕਦੇ ਇਹਨਾਂ ਨੇ ਇਸ ਚੀਜ਼ ਲਈ, ਇਸ ਮੁੱਦੇ ਲਈ ਜਿੱਦੋਜਹਿਦ ਕੀਤੀ, ਕਦੇ ਕੇਂਦਰ ਦੇ ਖਿਲਾਫ ਕੋਈ ਕਿਸੇ ਤਰ੍ਹਾਂ ਦਾ ਸੰਘਰਸ਼ ਕੀਤਾ। ਹੁਣ ਇੱਕ ਸਿਰਫ ਪਰਿਵਾਰ ਦੇ ਨਾਲ ਖੜ ਜਾਣਾ, ਇੱਕ ਨਿੱਜੀ ਚੈਨਲ ਦੇ ਨਾਲ ਖੜ ਜਾਣਾ ਉਸ ਮੁੱਦੇ ਤੇ, ਮੈਨੂੰ ਲੱਗਦਾ ਜਨਤਾ ਦੇ ਵਿੱਚ ਇਹਦਾ ਕੋਈ ਚੰਗਾ ਮੈਸੇਜ ਨਹੀਂ ਜਾਏਗਾ। ਕਿਉਂਕਿ ਇਹ ਜਿਹੜਾ ਅਦਾਰਾ ਐਸਜੀਪੀਸੀ, ਤੁਸੀਂ ਦੇਖੋ ਜਿਹੜਾ ਪਿਛਲਾ ਬਜਟ ਆਇਆ ਮਾਰਚ ਦੇ ਵਿੱਚ 1138 ਕਰੋੜ ਤੋਂ ਵੀ ਵੱਧ ਦਾ ਇਹਦਾ ਬਜਟ ਹੈ। ਸੋ ਬਹੁਤ ਸਾਰੀਆਂ ਹੋਰ ਚੀਜ਼ਾਂ ਨੇ। ਹੁਣ ਦੇਖੋ ਹਰਿਆਣੇ ਦੇ ਵਿੱਚ ਨਵੀਂ ਇੱਕ ਆਪਣੀ ਬਣ ਗਈ ਆ ਕਮੇਟੀ, ਬਣ ਗਈ ਆ, ਉਹ ਆਪਣੇ ਗੁਰਦੁਆਰਿਆਂ ਦੀ ਸਾਂਭ ਸੰਭਾਲ ਲਈ ਬਣੀ ਆ। ਐਸਜੀਪੀਸੀ ਦਾ ਵੀ ਇਹੀ ਮੈਂਡੇਟ ਆ, ਪਰ ਕਿਤੇ ਨਾ ਕਿਤੇ ਮੈਨੂੰ ਲੱਗਦਾ ਜਦੋਂ ਕੇਵਲ ਇੱਕ ਪਰਿਵਾਰ ਦੇ ਨਾਲ ਖੜ ਜਾਂਦੀ ਹੈ ਐਸਜੀਪੀਸੀ, ਫਿਰ ਇਸ ਤੇ ਵੀ ਬਹੁਤ ਸਾਰੇ ਸਵਾਲ ਖੜੇ ਹੁੰਦੇ ਨੇ। ਜੀ ਵਾਸੂ ਜੀ। ਮਨਪ੍ਰੀਤ ਜੀ, ਜਿਹੜੇ ਅਧਿਕਾਰੀਆਂ ਨੇ ਉਹ ਅਮਰੂਦਾਂ ਦੇ ਜਿਹੜੇ ਫਰਜ਼ੀ ਬਗੀਚੇ, ਉਹ ਜਿਹੜਾ ਸਕੈਮ ਕੀਤਾ ਸੀ, ਜਦੋਂ ਵਿਜੀਲੈਂਸ ਵਾਲਿਆਂ ਨੇ ਕੇਸ ਠੋਕਿਆ, ਹੁਣ ਉਹ ਪੈਸੇ ਜਿਹੜੇ ਹੜੱਪੇ ਸੀ ਉਹ ਵਾਪਸ ਦੇਣੇ ਸ਼ੁਰੂ ਕਰਤੇ ਉਹਨਾਂ ਨੇ। ਬਿਲਕੁਲ, ਤੁਸੀਂ ਦੇਖੋ ਵਾਸੂ ਜੀ 2 ਮਈ ਨੂੰ ਇਹ FIR ਦਰਜ ਕੀਤੀ ਸੀ ਪੰਜਾਬ ਵਿਜੀਲੈਂਸ ਬਿਊਰੋ ਨੇ, ਉਸ ਨੂੰ ਲਗਭਗ ਹੁਣ 2 ਮਹੀਨੇ ਹੋ ਜਾਣੇ ਆ। ਔਰ ਜਦੋਂ ਜਿਹੜੀ ਮੁੱਢਲੀ FIR ਹੋਈ ਸੀ 2 ਮਈ ਦੀ, ਜਿਹੜੀ ਆਪਾਂ ਗੱਲ ਕਰ ਰਹੇ ਆ, ਉਹਦੇ ਵਿੱਚ 18 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਸੀ। ਉਹਦੇ ਵਿੱਚ ਬਹੁਤ ਸਾਰੇ ਕੋਈ ਰਸੂਖਦਾਰ ਵਿਅਕਤੀ ਵੀ ਸੀ। ਹੁਣ ਲਗਭਗ ਇੰਨੀ ਗ੍ਰਿਫਤਾਰੀਆਂ ਵੀ ਹੋਈਆਂ ਔਰ 17 ਹੋਰ ਵਿਅਕਤੀਆਂ ਨੂੰ ਇਸ FIR ਦੇ ਵਿੱਚ ਸ਼ਾਮਿਲ ਕੀਤਾ ਗਿਆ। ਪਰ ਇਸ ਦੌਰਾਨ ਜਿਹੜੇ ਕੁਝ ਲੋਕ ਕੋਰਟ ਗਏ ਸੀ, ਜ਼ਮਾਨਤਾਂ ਲੈਣ ਗਏ ਸੀ, ਉੱਥੇ ਜਾ ਕੇ ਇਹਨਾਂ ਨੇ ਇੱਕ ਤਰ੍ਹਾਂ ਦੀ ਅੰਡਰਟੇਕਿੰਗ ਦਿੱਤੀ ਹੈ ਜਾਂ ਉੱਥੇ ਭਰੋਸਾ ਦਿੱਤਾ ਕੋਰਟ ਨੂੰ ਕਿ ਜਿਹੜਾ ਮੁਆਵਜ਼ਾ ਅਸੀਂ ਲਿਆ ਸੀ ਨਕਲੀ ਅਮਰੂਦਾਂ ਦੇ ਬਾਗ ਦਿਖਾ ਕੇ, ਉਹ ਅਸੀਂ ਵਾਪਸ ਕਰ ਦਿੰਦੇ ਹਾਂ। ਕੋਰਟ ਨੇ ਇਹਨਾਂ ਨੂੰ ਕਿਹਾ ਕਿ ਤੁਸੀਂ 15% ਉੱਤੇ ਦੇ ਕੇ ਜਿਹੜਾ ਮੁਆਵਜ਼ਾ ਲਿਆ, ਤੁਸੀਂ ਇਹਨਾਂ ਨੂੰ ਸਰਕਾਰ ਦੀ ਟ੍ਰੈਜਰੀ ਹੈ ਜਾਂ ਸਰਕਾਰੀ ਖਜ਼ਾਨੇ ਦੇ ਵਿੱਚ ਜਮ੍ਹਾਂ ਕਰਾ ਦਿਓ। ਇਹ ਗੱਲ ਤਾਂ ਚਲੋ ਠੀਕ ਹੈ, ਚੱਲ ਰਹੀ ਆ, ਇਹਨਾਂ ਨੂੰ ਬਣਦੀ ਸਜ਼ਾ ਵੀ ਹੋਣੀ ਚਾਹੀਦੀ ਹੈ। ਪਰ ਦੂਸਰੇ ਪਾਸੇ ਪੰਜਾਬ ਵਿਜੀਲੈਂਸ ਬਿਊਰੋ ਜਿਹੜੇ ਅਸਲ ਤੇ ਰਸੂਖਦਾਰ ਵਿਅਕਤੀ ਨੇ, ਖਾਸ ਤੌਰ ਤੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਰਾਜੇਸ਼ ਧੀਮਾਨ, ਉਹਨਾਂ ਦਾ ਵੀ ਨਾਂ ਆਉਂਦਾ, ਉਹਨਾਂ ਦੀ ਪਤਨੀ ਜੈਸਮੀਨ ਕੌਰ, ਇਸੇ ਤਰ੍ਹਾਂ ਐਕਸਾਈਜ਼ ਕਮਿਸ਼ਨਰ ਆਪਾਂ ਪਹਿਲਾਂ ਵੀ ਕਈ ਵਾਰੀ ਗੱਲ ਕਰ ਚੁੱਕੇ ਆ ਵਰੁਣ ਰੁਜਮ ਨੇ, ਉਹਨਾਂ ਦੀ ਪਤਨੀ ਆ ਸਿਮਰਪ੍ਰੀਤ ਕੌਰ, ਉਹਨਾਂ ਦਾ ਵੀ ਨਾਮ ਇਸ ਤਰ੍ਹਾਂ ਆਉਂਦਾ, ਹਾਲਾਂਕਿ ਸਿੱਧਾ ਨਾਮ ਨਹੀਂ ਲਿਖਿਆ ਗਿਆ, ਕੇਵਲ ਐਡਰੈਸ ਲਿਖ ਦਿੱਤਾ ਗਿਆ। ਸੋ ਜਦੋਂ ਇਹਨਾਂ ਲੋਕਾਂ ਤੇ ਕਾਰਵਾਈ ਨਹੀਂ ਹੁੰਦੀ ਤਾਂ ਫਿਰ ਵਿਜੀਲੈਂਸ ਬਿਊਰੋ ਤੇ ਵੀ ਸਵਾਲ ਖੜੇ ਹੁੰਦੇ ਨੇ ਕਿ ਇਹ ਫ੍ਰੀ ਤੇ ਫੇਅਰ ਕਿਉਂ ਨਹੀਂ ਆ, ਜਾਂ ਪੰਜਾਬ ਸਰਕਾਰ ਇਹਨਾਂ ਅਫਸਰਾਂ ਤੇ ਕਾਰਵਾਈ ਕਿਉਂ ਨਹੀਂ ਕਰ ਰਹੀ। ਇਹ ਸਵਾਲ ਵੀ ਬਹੁਤ ਵੱਡੇ ਖੜੇ ਹੁੰਦੇ ਨੇ। ਦੇਖਦੇ ਆ ਕੋਰਟ ਦੇ ਵਿੱਚ ਇਹ ਜਿਹੜੇ ਲੋਕ ਮੁਆਵਜ਼ੇ ਦੇ ਰਹੇ ਨੇ, ਹਜੇ ਤੱਕ ਤੁਸੀਂ ਦੇਖੋ ਰਾਜੇਸ਼ ਧੀਮਾਨ ਦੀ ਜਿਹੜੀ ਪਤਨੀ ਹੈ ਜੈਸਮੀਨ ਕੌਰ, ਉਹਨੇ 1 ਕਰੋੜ ਤੇ 70 ਲੱਖ ਰੁਪਇਆ ਉਹ ਹਜੇ ਵਾਪਸ ਨਹੀਂ ਕੀਤਾ। ਹੁਣ ਦੇਖਦੇ ਆ ਕਿ ਉਹ ਕਦੋਂ ਵਾਪਸ ਕਰਦੇ ਨੇ। ਜੀ ਵਾਸੂ ਜੀ।
ਮਨਪ੍ਰੀਤ ਜੀ, ਜਿਹੜੇ ਕਿਸਾਨਾਂ ਨੇ ਮੁੱਖ ਮੰਤਰੀ ਸਾਹਿਬ ਦੇ ਆਸ਼ਵਾਸਨ ਤੇ ਕਹਿ ਲਓ, ਉਹਨਾਂ ਦੇ ਭਰੋਸੇ ਤੇ ਮੂੰਗ ਦਾਲ ਬੀਜੀ ਸੀ, ਹੁਣ ਇਹ ਖਬਰ ਆ ਰਹੀ ਉਹਨਾਂ ਵਿੱਚੋਂ 80% ਕਿਸਾਨਾਂ ਨੂੰ MSP ਨਹੀਂ ਮਿਲ ਰਿਹਾ। ਬਿਲਕੁਲ, ਦੇਖੋ ਸਾਡੇ ਇੱਥੇ ਪੰਜਾਬ ਦੇ ਵਿੱਚ ਵਾਸੂ ਜੀ ਬਹੁਤ ਸਾਰੀਆਂ ਸਰਕਾਰਾਂ ਆਈਆਂ, ਪ੍ਰਕਾਸ਼ ਸਿੰਘ ਬਾਦਲ ਤੋਂ ਲੈ ਕੇ ਕੈਪਟਨ ਅਮਰਿੰਦਰ ਸਿੰਘ ਤੋਂ ਲੈ ਕੇ ਹੁਣ ਵੀ ਨਵੀਂ ਸਰਕਾਰ ਆ। ਇਹ ਕਿਸਾਨਾਂ ਨੂੰ ਕਹਿੰਦੀਆਂ ਤਾਂ ਬਹੁਤ ਆ ਕਿ ਤੁਸੀਂ ਡਾਇਵਰਸੀਫਾਈ ਕਰੋ, ਤੁਸੀਂ ਝੋਨੇ ਤੇ ਕਣਕ ਦੇ ਸਾਈਕਲ ਚੋਂ ਨਿਕਲੋ, ਤੁਹਾਨੂੰ ਬਾਹਰ ਆਉਣਾ ਚਾਹੀਦਾ, ਤੁਹਾਨੂੰ ਹੋਰ ਜਿਹੜੀਆਂ ਫਸਲਾਂ ਉਗਾਉਣੀਆਂ ਚਾਹੀਦੀਆਂ ਨੇ। ਹੁਣ ਤੁਸੀਂ ਦੇਖੋ, ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਨੇ ਖੁਦ ਸਾਰੇ ਕਿਸਾਨਾਂ ਨੂੰ ਕਿਹਾ ਸੀ ਕਿ ਤੁਸੀਂ ਮੂੰਗੀ ਬੀਜੋ, ਜੇ ਤੁਹਾਡੀ ਮੂੰਗੀ ਸਹੀ MSP ਜਿਹਨੂੰ ਅਸੀਂ ਮਿਨੀਮਮ ਸਪੋਰਟ ਪ੍ਰਾਈਸ ਕਹਿੰਦੇ ਆ ਜਾਂ ਘੱਟੋ ਘੱਟ ਸਮਰਥਨ ਮੁੱਲ ਕਹਿੰਦੇ ਆ, ਜੇ ਉਸ ਤੇ ਨਾ ਵਿਕੀ ਤਾਂ ਅਸੀਂ ਲੈ ਲਾਂਗੇ। ਤੁਹਾਨੂੰ ਜਾਣ ਕੇ ਹੈਰਾਨੀ ਹੋਊਗੀ ਕਿ 70% ਜਿਹੜੀ ਮੂੰਗੀ ਆ ਉਹ ਸਰਕਾਰ ਨੇ ਨਹੀਂ ਖਰੀਦੀ ਇਸ ਵਾਰੀ, ਔਰ ਉਹ ਕਿਸਾਨਾਂ ਨੂੰ ਆਪਣੀ ਜਿਹੜੀ ਮੂੰਗੀ ਆ ਉਹ ਪ੍ਰਾਈਵੇਟ ਟ੍ਰੇਡਰਸ ਨੂੰ ਉਹਨਾਂ ਨੂੰ ਵੇਚਣੀ ਪਈ, ਔਰ ਬਹੁਤ ਘੱਟ ਮੁੱਲ ਤੇ ਵੇਚਣੀ ਪਈ। ਇਹਦਾ ਅਸਲੀ MSP ਹੈ ਜਿਹੜਾ ਪ੍ਰਤੀ ਕੁਇੰਟਲ ਉਹ 7,755, ਜਦਕਿ ਉਹਨਾਂ ਨੂੰ ਕਦੇ 800, ਕਦੇ 7,000 ਜਾਂ ਇਸ ਤੋਂ ਵੀ ਘੱਟ ਪੈਸਿਆਂ ਤੇ ਵੇਚਣੀ ਪਈ, ਜਿਸ ਕਰਕੇ ਕਿਸਾਨਾਂ ਦਾ ਬਹੁਤ ਨੁਕਸਾਨ ਹੋਇਆ। ਜਦੋਂ ਸਰਕਾਰਾਂ ਕਹਿੰਦੀਆਂ ਨੇ ਜਾਂ ਉਤਸ਼ਾਹਿਤ ਕਰਦੀਆਂ ਨੇ ਕਿਸਾਨਾਂ ਨੂੰ ਜਾਂ ਕਿਸੇ ਵੀ ਤਬਕੇ ਨੂੰ, ਤੇ ਉਸ ਟਾਈਮ ਇਹ ਜ਼ਰੂਰ ਧਿਆਨ ਰੱਖਣ ਕਿ ਜੋ ਉਹ ਵਾਅਦੇ ਕਰ ਰਹੀਆਂ ਨੇ, ਭਰੋਸਾ ਦੇ ਰਹੀਆਂ ਨੇ, ਉਹਨਾਂ ਤੇ ਖਰਾ ਉਤਰਨ, ਤਾਂ ਕਿ ਜਿਹੜੇ ਅੱਗੇ ਤੋਂ ਵੀ ਲੋਕ ਜਿਹੜੇ ਨੇ ਉਹਨਾਂ ਦੀ ਇਸ ਸਕੀਮ ਨੂੰ ਅਡਾਪਟ ਕਰ ਸਕਣ। ਪਰ ਇਹ ਇੱਕ ਮਾੜੀ ਐਗਜ਼ਾਮਪਲ ਆ। ਹੁਣ ਦੇਖਦੇ ਆ ਕਿ ਸਰਕਾਰ ਇਹਨਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਕੰਪਨਸੇਟ ਕਰੇਗੀ ਜਾਂ ਇਹਨਾਂ ਨੂੰ ਮੁਆਵਜ਼ਾ ਕੋਈ ਦੇਵੇਗੀ ਤਾਂ ਕਿ ਇਹਨਾਂ ਦੇ ਨੁਕਸਾਨ ਦੀ ਭਰਪਾਈ ਹੋ ਸਕੇ। ਜੀ ਵਾਸੂ ਜੀ। ਤੇ ਮਨਪ੍ਰੀਤ ਜੀ, ਜਿਹੜੀਆਂ ਫੀਮੇਲ ਰੈਸਲਰ ਸੰਘਰਸ਼ ਕਰ ਰਹੀਆਂ ਸੀ, ਉਹਨਾਂ ਨੇ ਹੁਣ ਫੈਸਲਾ ਕੀਤਾ ਕਿ ਸੰਘਰਸ਼ ਜਿਹੜਾ ਸੜਕਾਂ ਤੇ ਨਹੀਂ, ਅਦਾਲਤ ਵਿੱਚ ਜਾਰੀ ਰੱਖਿਆ ਜਾਏਗਾ। ਬਿਲਕੁਲ, ਦੇਖੋ ਇਹ ਮੈਨੂੰ ਲੱਗਦਾ ਕਿਸੇ ਵੀ ਲੋਕਤੰਤਰ ਲਈ, ਕਿਸੇ ਵੀ ਡੈਮੋਕ੍ਰੇਸੀ ਲਈ, ਔਰ ਉੱਥੋਂ ਦੀ ਸਰਕਾਰ ਲਈ, ਚਾਹੇ ਉਹ ਕੇਂਦਰ ਦੀ ਸਰਕਾਰ ਹੋਵੇ, ਚਾਹੇ ਉਹ ਦਿੱਲੀ ਪੁਲਿਸ ਹੋਵੇ, ਉਹਦੇ ਲਈ ਇਹਨਾਂ ਕੁੜੀਆਂ ਦਾ ਸੰਘਰਸ਼, ਇਹਨਾਂ ਰੈਸਲਰਸ ਦਾ ਸੰਘਰਸ਼, ਔਰ ਉਸ ਤੋਂ ਬਾਅਦ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਾ ਹੋਣਾ ਬ੍ਰਿਜ ਭੂਸ਼ਣ ਸ਼ਰਨ ਸਿੰਘ ਤੇ, ਜਿਹੜਾ ਕਿ MP ਆ ਭਾਰਤੀ ਜਨਤਾ ਪਾਰਟੀ ਦਾ, ਇਹ ਆਪਣੇ ਆਪ ਦੇ ਵਿੱਚ ਬਹੁਤ ਸ਼ਰਮ ਵਾਲੀ ਗੱਲ। ਕਾਫੀ ਦੇਰ ਤੋਂ ਇਹ ਕੁੜੀਆਂ ਸੰਘਰਸ਼ ਕਰ ਰਹੀਆਂ ਸੀ। ਆਖਿਰਕਾਰ ਸੁਪਰੀਮ ਕੋਰਟ ਦੀ ਇੰਟਰਵੈਂਸ਼ਨ ਦੇ ਨਾਲ ਇੱਕ FIR ਹੁੰਦੀ ਆ। FIR ਤੋਂ ਬਾਅਦ ਇਹਨਾਂ ਦੀ ਮੰਗ ਸੀ ਕਿ ਇਸ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਗ੍ਰਿਫਤਾਰ ਕੀਤਾ ਜਾਵੇ। ਕੋਈ ਗ੍ਰਿਫਤਾਰੀ ਨਹੀਂ ਹੁੰਦੀ। ਕਿਸੇ ਤਰ੍ਹਾਂ ਦੀ ਜੋ ਪੁੱਛਗਿੱਛ ਹੋਣੀ ਚਾਹੀਦੀ ਸੀ ਉਹ ਨਹੀਂ ਹੋਈ, ਬਲਕਿ ਇਹਨਾਂ 7 ਕੁੜੀਆਂ ਜਿਨ੍ਹਾਂ ਨੇ ਕੰਪਲੇਂਟ ਕੀਤੀ ਆ, ਉਹਨਾਂ ਚੋਂ ਇੱਕ ਜਿਹੜੀ ਨਾਬਾਲਿਗ ਕੁੜੀ ਹੁੰਦੀ ਆ, ਉਹ ਆਪਣੀ ਦਬਾਅ ਥੱਲੇ, ਪ੍ਰੈਸ਼ਰ ਥੱਲੇ ਆਪਣੀ ਕੰਪਲੇਂਟ ਵੀ ਵਾਪਸ ਲੈ ਲੈਂਦੀ ਆ। ਇਹ ਸਾਰਾ ਘਟਨਾ ਚੱਕਰ ਜਦੋਂ ਚੱਲ ਰਿਹਾ ਸੀ ਤੇ ਬੜੀ ਨਿਖੇਧੀ ਹੋ ਰਹੀ ਸੀ, ਪਰ ਸਰਕਾਰ ਵੀ ਮੈਨੂੰ ਲੱਗਦਾ ਉਸੇ ਤਰ੍ਹਾਂ ਢੀਠ ਬਣੀ ਰਹੀ। ਹੁਣ ਤੁਸੀਂ ਦੇਖੋ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗਏ ਨੇ, ਅਮਰੀਕਾ ਗਏ ਨੇ, ਉਹਨਾਂ ਦੀ ਅਮਰੀਕਾ ਫੇਰੀ ਹੋਈ ਆ। ਉੱਥੇ ਟਰੱਕਾਂ ਉੱਤੇ ਬੈਨਰ ਪੋਸਟਰ ਲਾਏ ਜਾ ਰਹੇ ਸੀ ਔਰ ਇਹਨਾਂ ਕੁੜੀਆਂ ਦਾ ਜ਼ਿਕਰ ਹੋ ਰਿਹਾ ਸੀ ਕਿ ਤੁਸੀਂ ਅੱਜ ਤੱਕ ਇਸ ਤੇ ਇੱਕ ਸ਼ਬਦ ਵੀ ਨਹੀਂ ਬੋਲੇ। ਇਹ ਉਹੀ ਕੁੜੀਆਂ ਨੇ ਜਿਹੜੀਆਂ 올림픽ਸ ਤੋਂ ਮੈਡਲ ਜਿੱਤ ਕੇ ਆਈਆਂ, ਕਾਮਨਵੈਲਥ ਤੋਂ, ਏਸ਼ੀਅਨ ਗੇਮਸ ਤੋਂ, ਜਿਨ੍ਹਾਂ ਨੂੰ ਤੁਸੀਂ ਬੁਲਾਇਆ ਸੀ, ਫੋਟੋਆਂ ਖਿਚਾਈਆਂ ਸੀ, ਆਪਣੀਆਂ ਬੇਟੀਆਂ ਕਿਹਾ ਸੀ, ਪਰ ਜਦੋਂ ਇਹਨਾਂ ਦੇ ਨਾਲ ਕਿਸ ਤਰ੍ਹਾਂ ਦੀ ਮੁਸ਼ਕਲ ਆਉਂਦੀ ਆ ਤੇ ਤੁਸੀਂ ਕੁਝ ਕਰਦੇ ਨਹੀਂ। ਹੁਣ ਦੇਖਦੇ ਆ, ਕੁੜੀਆਂ ਨੇ, ਇਹਨਾਂ ਪਹਿਲਵਾਨਾਂ ਨੇ ਜਾਂ ਇਹਨਾਂ ਰੈਸਲਰਸ ਨੇ ਆਪਣਾ ਫਿਰ ਆਉਣ ਵਾਲਾ ਜਿਹੜਾ ਦਾਰੋਮਦਾਰ ਆ ਉਹ ਸਾਰਾ ਕੋਰਟ ਤੇ ਛੱਡ ਦਿੱਤਾ। ਕੋਰਟ ਇਹਨਾਂ ਦੇ ਵਿੱਚ ਕੀ ਫੈਸਲਾ ਲੈਂਦੀ ਹੈ ਜਾਂ ਇਸ ਕੇਸ ਨੂੰ ਕਿਸ ਤਰ੍ਹਾਂ ਅੱਗੇ ਵਧਾਉਂਦੀ ਆ, ਉਹ ਸਮਾਂ ਦੱਸੂਗਾ। ਪਰ ਹਾਂ, ਸਰਕਾਰ ਲਈ ਮੈਨੂੰ ਲੱਗਦਾ ਇਹ ਬਹੁਤ ਨਮੋਸ਼ੀ ਦਾ ਸਬਬ ਆ। ਜੀ ਮਨਪ੍ਰੀਤ ਜੀ, ਕੇਂਦਰੀ ਸਰਕਾਰ ਦੇ ਆਰਡੀਨੈਂਸ ਦੇ ਖਿਲਾਫ ਅਰਵਿੰਦ ਕੇਜਰੀਵਾਲ ਨੇ ਸਮਰਥਨ ਇਕੱਠੇ ਕਰਨ ਦੀ ਬਹੁਤ ਕੋਸ਼ਿਸ਼ ਕੀਤੀ। ਜਿਹੜੀ ਆਪੋਜੀਸ਼ਨ ਪਾਰਟੀਆਂ ਦੀ ਮੀਟਿੰਗਸ ਹੋਈਆਂ ਉਹਦੇ ਵਿੱਚ ਵੀ ਉਹਨਾਂ ਨੇ ਬਹੁਤ ਜ਼ੋਰ ਲਗਾਇਆ, ਪਰ ਸਮਰਥਨ ਮਿਲਦਾ ਨਜ਼ਰ ਨਹੀਂ ਆ ਰਿਹਾ। ਅਰਵਿੰਦ ਕੇਜਰੀਵਾਲ ਇਦਾਂ ਲੱਗਦਾ ਇਕੱਲੇ ਜੇ ਰਹਿ ਗਏ ਨੇ। ਬਿਲਕੁਲ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਦੇਖੋ, ਅਰਵਿੰਦ ਕੇਜਰੀਵਾਲ ਨੂੰ ਉੱਥੇ ਸਾਰੀਆਂ ਪਾਰਟੀਆਂ ਨੇ, ਜਿੰਨੇ ਲੀਡਰ ਉੱਥੇ ਇਕੱਠੇ ਹੋਏ, ਚਾਹੇ ਉਹ ਸ਼ਰਦ ਪਵਾਰ ਸੀ, ਚਾਹੇ ਉੱਥੇ ਉਮਰ ਅਬਦੁੱਲਾ ਸੀ, ਮਹਿਬੂਬਾ ਮੁਫਤੀ ਸੀ, ਇਸੇ ਤਰ੍ਹਾਂ ਤੁਸੀਂ ਅਖਿਲੇਸ਼ ਯਾਦਵ ਨੂੰ ਵੀ ਦੇਖੋ, ਮਮਤਾ ਬੈਨਰਜੀ ਨੂੰ, ਰਾਹੁਲ ਗਾਂਧੀ, ਮਲਿਕਾ ਅਰਜੁਨ ਖੜਗੇ, ਸੀਤਾਰਾਮ ਯੇਚੁਰੀ, ਡੀ ਰਾਜਾ, ਇਹ ਜਿਹੜੇ CPI ਜਾਂ CPM ਦੇ ਤਮਾਮ ਤਰ੍ਹਾਂ ਦੇ ਲੀਡਰ ਸੀ, ਬੜੇ ਸੀਨੀਅਰ ਲੀਡਰ ਸੀ। ਉਹਨਾਂ ਨੇ ਇਹ ਦੱਸਿਆ, ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਅਰਵਿੰਦ ਕੇਜਰੀਵਾਲ ਨੂੰ ਕਿ ਸਾਡਾ ਜਿਹੜਾ ਵੱਡਾ ਟਾਰਗੇਟ ਆ ਉਹ ਸੰਨ 2024 ਦੀਆਂ ਇਲੈਕਸ਼ਨਸ ਆ। ਜੇ ਅਸੀਂ ਸੱਤਾ ਪ੍ਰਵਰਤਨ ਦੇ ਵਿੱਚ ਕਾਮਯਾਬ ਹੋ ਜਾਵਾਂਗੇ ਜਾਂ BJP ਨੂੰ ਸੰਨ 2024 ਦੇ ਵਿੱਚ ਹਟਾਉਣ ਦੇ ਵਿੱਚ ਕਾਮਯਾਬ ਹੋ ਜਾਂਦੇ ਤਾਂ ਬਹੁਤ ਸਾਰੇ ਇਸ ਤਰ੍ਹਾਂ ਦੇ ਆਰਡੀਨੈਂਸ ਹੋਣ, ਕਾਨੂੰਨ ਹੋਣ, ਉਹਨਾਂ ਨੂੰ ਵੀ ਦੂਰ ਕਰਨ ਦੇ ਵਿੱਚ ਕਾਮਯਾਬ ਹੋ ਜਾਵਾਂਗੇ। ਸਿਰਫ ਤੁਸੀਂ ਇਸ ਗੱਲ ਤੇ ਨਾ ਆੜੋ। ਪਰ ਦੂਸਰੇ ਪਾਸੇ ਕੁਝ ਪਾਰਟੀਆਂ ਦਾ ਇਹ ਵੀ ਇੱਕ ਤਰ੍ਹਾਂ ਦਾ ਮਤ ਆ ਜੋ ਉੱਭਰ ਕੇ ਸਾਹਮਣੇ ਆ ਕਿ ਅਰਵਿੰਦ ਕੇਜਰੀਵਾਲ ਚਾਹੁੰਦੇ ਨਹੀਂ ਕਿ ਇਹ ਯੂਨਿਟੀ ਕਦੇ ਆਪਸ ਦੇ ਵਿੱਚ ਬਣੇ ਜਾਂ ਉਹ ਇਸ ਦਾ ਹਿੱਸਾ ਬਣੇ।
ਤੁਸੀਂ ਦੇਖੋ ਵਾਸੂ ਜੀ ਕਿ ਅਰਵਿੰਦ ਕੇਜਰੀਵਾਲ ਦੀ ਜਿਹੜੀ ਰਾਜਨੀਤੀ ਆ, ਉਹਨਾਂ ਨੇ ਜਿੰਨੀ ਵੀ ਆਪਣੀ ਸਫਲਤਾ ਪ੍ਰਾਪਤ ਕੀਤੀ ਆ, ਉਹ ਸਾਰੀ ਦੀ ਸਾਰੀ ਕਾਂਗਰਸ ਦੀ ਕੌਸ ਤੇ ਕੀਤੀ ਆ। ਚਾਹੇ ਉਹ ਦਿੱਲੀ 'ਚ ਦੇਖ ਲਓ ਤੁਸੀਂ, ਚਾਹੇ ਉਹ ਪੰਜਾਬ 'ਚ ਦੇਖ ਲਓ, ਚਾਹੇ ਗੁਜਰਾਤ ਦੇ ਵਿੱਚ ਵੀ ਜਿੰਨੀਆਂ 5 ਸੀਟਾਂ ਮਿਲੀਆਂ, ਹਾਲਾਂਕਿ ਉਹਨਾਂ ਨੂੰ ਹਿਮਾਚਲ ਪ੍ਰਦੇਸ਼ ਦੇ ਵਿੱਚ ਜਾਂ ਕਰਨਾਟਕ ਦੇ ਵਿੱਚ ਉਹਨਾਂ ਦੀ ਜ਼ਮਾਨਤਾਂ ਜ਼ਬਤ ਹੋ ਗਈਆਂ। ਪਰ ਉਹਨਾਂ ਨੂੰ ਇੱਕ ਗੱਲ ਦਾ ਪਤਾ ਕਿ ਜੇ ਕਾਂਗਰਸ ਦਾ ਜੋ ਉਭਾਰ ਹੋ ਰਿਹਾ ਪਿਛਲੇ ਕੁਝ ਸਮੇਂ ਤੋਂ, ਉਸ ਨਾਲ ਉਹਨਾਂ ਦੀ ਰਾਜਨੀਤੀ ਕਿਤੇ ਨਾ ਕਿਤੇ ਬਿਲਕੁਲ ਪਿੱਛੇ ਪੈ ਜਾਏਗੀ। ਦੂਸਰੇ ਪਾਸੇ ਉਹਨਾਂ ਨੂੰ ਇਹ ਵੀ ਪਤਾ ਕਿ ਬੀਜੇਪੀ ਵੀ ਉਹਨਾਂ ਦੇ ਖਿਲਾਫ ਜਿਸ ਤਰ੍ਹਾਂ ਦੀਆਂ ਕਾਰਵਾਈਆਂ ਕਰ ਰਹੀ ਹੈ, ਕਦੇ ਆਰਡੀਨੈਂਸ ਲੈ ਆਉਂਦੀ ਹੈ, ਕਦੇ ਉਹਨਾਂ ਦੇ ਮੰਤਰੀ ਅੰਦਰ ਕਰ ਦਿੰਦੀ ਆ। ਇਸ ਲਈ ਵੀ ਉਹਨਾਂ ਨੂੰ ਫੈਸਲਾ ਲੈਣਾ ਕਿ ਉਹਨਾਂ ਨੇ ਮੁੱਦਿਆਂ ਤੇ ਕਿੱਥੇ ਖੜੇ ਹੋਣਾ। ਕਦੇ ਤਾਂ ਉਹ 370 ਧਾਰਾ ਦੀ ਵਕਾਲਤ ਕਰਦੇ ਆ, ਬੀਜੇਪੀ ਦੇ ਨਾਲ ਖੜੇ ਹੋ ਜਾਂਦੇ ਆ। ਜਦੋਂ ਉਹਨੂੰ ਯੂਟੀ ਬਣਾਇਆ ਜਾਂਦਾ ਉਦੋਂ ਵੀ ਨਾਲ ਖੜੇ ਹੁੰਦੇ ਆ, ਪਰ ਆਪਣੇ ਦਿੱਲੀ ਦੇ ਰਾਜ ਨੂੰ ਲੈ ਕੇ ਉਹ ਕਹਿੰਦੇ ਕਿ ਇਹਨੂੰ ਅਪਗ੍ਰੇਡ ਕਰੋ, ਇਹਨੂੰ ਸਟੇਟ ਦਾ ਦਰਜਾ ਦਿਵੋ। ਸੋ ਕਾਫੀ ਕਨਫਿਊਜ਼ਨ ਆ ਉਹਨਾਂ ਦੀ ਪੋਲਿਟਿਕਸ ਦੇ ਵਿੱਚ। ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਇਹ ਡਿਸਾਈਡ ਕਰਨਾ ਹੋਊਗਾ। ਅੱਛਾ ਵਾਸੂ ਜੀ, ਇੱਕ ਚੀਜ਼ ਹੋਰ ਜਿਹੜੀ ਆ ਰਹੀ ਹੈ ਅੰਦਰੋਂ ਵੀ ਆਮ ਆਦਮੀ ਪਾਰਟੀ ਦੇ ਵਿੱਚੋਂ ਵੀ ਜਿਹੜੀਆਂ ਬਾਗੀ ਸੁਰਾਂ ਉਹ ਆਉਣੀਆਂ ਸ਼ੁਰੂ ਹੋ ਗਈਆਂ। ਉਹਨਾਂ ਨੂੰ ਵੀ ਲੱਗਦਾ ਕਿ ਕਿਤੇ ਨਾ ਕਿਤੇ ਜਿਹੜੇ ਅਰਵਿੰਦ ਕੇਜਰੀਵਾਲ ਆ ਉਹ ਖੁਦ ਕਨਫਿਊਜ਼ ਨੇ, ਇਸ ਕਰਕੇ ਆਮ ਆਦਮੀ ਪਾਰਟੀ ਨੂੰ ਵੀ ਸੇਧ ਦੇਣ ਦੇ ਵਿੱਚ ਉਹ ਕਾਮਯਾਬ ਨਹੀਂ ਹੋ ਰਹੇ, ਔਰ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਬਾਗੀ ਸੁਰਾਂ ਨੇ ਹੋਰ ਵੀ ਤੇਜ਼ ਹੋ ਜਾਣ। ਜੀ ਵਾਸੂ ਜੀ। ਤੇ ਮਨਪ੍ਰੀਤ ਜੀ, ਵਿਜੇ ਕੁਮਾਰ ਜੰਜੂਆ 30 ਤਰੀਕ ਨੂੰ ਰਿਟਾਇਰ ਹੋ ਰਹੇ ਨੇ ਤੇ ਉਹਨਾਂ ਦੀ ਥਾਂ ਤੇ ਹੁਣ ਅਨੁਰਾਗ ਵਰਮਾ ਨੂੰ ਨਵੇਂ ਚੀਫ ਸੈਕਟਰੀ ਵਜੋਂ ਨਿਯੁਕਤ ਕੀਤਾ ਗਿਆ। ਬਿਲਕੁਲ, ਅਨੁਰਾਗ ਵਰਮਾ ਦੇਖੋ 1992 ਬੈਚ ਦੇ IAS ਆਫੀਸਰ ਨੇ। ਕਈ ਮਹਿਕਮੇ ਇਹਨਾਂ ਕੋਲ ਰਹੇ ਨੇ। ਅੱਜ ਕੱਲ ਇਸ ਤੋਂ ਪਹਿਲਾਂ ਇਹ ਹੁਣ ਵੀ ਜਿਹੜੇ ਆ ਇਹ ਹੋਮ ਸੈਕਟਰੀ ਨੇ। ਹੋਮ ਅਫੇਅਰਸ ਐਂਡ ਜਸਟਿਸ ਡਿਪਾਰਟਮੈਂਟ ਕਾਫੀ ਅਹਿਮ ਮਹਿਕਮਾ ਮੰਨਿਆ ਜਾਂਦਾ, ਉਹਦੇ ਸੈਕਟਰੀ ਨੇ। ਇਸ ਤੋਂ ਪਹਿਲਾਂ ਇਹਨਾਂ ਕੋਲੇ ਪੰਜਾਬ ਦਾ ਰੂਰਲ ਡਿਵੈਲਪਮੈਂਟ ਵੀ ਰਿਹਾ, ਕਈ ਜ਼ਿਲ੍ਹਿਆਂ ਦੇ ਇਹ ਡੈਪਟੀ ਕਮਿਸ਼ਨਰ ਵੀ ਰਹੇ ਨੇ, ਕਮਿਸ਼ਨਰ ਵੀ ਰਹੇ ਨੇ। ਸੋ ਕਈ ਮਹਿਕਮੇ, ਐਕਸਾਈਜ਼ ਐਂਡ ਟੈਕਸੇਸ਼ਨ ਕਮਿਸ਼ਨਰ ਵੀ ਰਹੇ ਨੇ। ਸੋ ਇਸ ਟਾਈਮ ਘੱਟੋ ਘੱਟ 10 ਇਸ ਤਰ੍ਹਾਂ ਦੇ ਸੀਨੀਅਰ ਅਫਸਰ ਆ ਜਿਨ੍ਹਾਂ ਨੂੰ ਇਹ ਸੁਪਰਸੀਡ ਕਰਕੇ ਸਰਕਾਰ ਨੇ ਇਹਨਾਂ ਨੂੰ ਪਿਕ ਕੀਤਾ ਤਾਂ ਕਿ ਇਹਨਾਂ ਨੂੰ ਚੀਫ ਸੈਕਟਰੀ ਦਾ, ਔਰ ਇਹਨਾਂ ਦੀ ਸਨ 2029 ਦੇ ਵਿੱਚ ਰਿਟਾਇਰਮੈਂਟ ਆ। ਸੋ ਕਾਫੀ ਲੰਮਾ ਸਮਾਂ ਇਸ ਟਾਈਮ ਜੇ ਤੁਸੀਂ ਬਿਊਰੋਕਰੇਟਸ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਕਾਫੀ ਯੰਗ ਆਫੀਸਰ ਨੇ। ਇਸੇ ਤਰ੍ਹਾਂ ਪੰਜਾਬ ਦੇ ਜਿਹੜੇ ਆਫੀਸ਼ੀਏਟਿੰਗ DGP ਵੀ ਨੇ ਗੌਰਵ ਯਾਦਵ, ਉਹ ਵੀ ਇਸੇ ਬੈਚ ਦੇ ਨੇ, ਉਹ ਵੀ ਕਾਫੀ ਯੰਗ ਮੰਨੇ ਜਾਂਦੇ ਨੇ। ਹੁਣ ਦੇਖਦੇ ਆ ਕਿ 30 ਤਰੀਕ ਤੋਂ ਬਾਅਦ, ਕਿਉਂਕਿ 1 ਜੁਲਾਈ ਨੂੰ ਇਹ ਆਪਣਾ ਕਾਰਜਭਾਰ ਸੰਭਾਲਣਗੇ, ਉਸ ਤੋਂ ਪਹਿਲਾਂ 30 ਜੂਨ ਨੂੰ ਰਿਟਾਇਰ ਹੋ ਜਾਣਗੇ VK ਜੰਜੂਆ, ਤੇ ਇਹਨਾਂ ਦੀ ਕਾਰਗੁਜ਼ਾਰੀ ਕਿਸ ਤਰ੍ਹਾਂ ਦੀ ਰਹਿੰਦੀ ਆ ਇਸ ਉੱਤੇ ਸਾਰਿਆਂ ਦੀ ਨਜ਼ਰ ਰਹੇਗੀ। ਜੀ ਵਾਸੂ ਜੀ। ਤੇ ਮਨਪ੍ਰੀਤ ਜੀ, ਜੰਜੂਆ ਸਾਹਿਬ ਦਾ ਕੁਝ ਪਤਾ ਲੱਗਿਆ? ਉਹ PPSC RTI ਕਮਿਸ਼ਨ ਕਈ ਥਾਵਾਂ ਤੇ ਉਹਨਾਂ ਨੇ ਅਰਜ਼ੀ ਲਗਾਈ ਹੋਈ ਹੈ। ਮੈਨੂੰ ਲੱਗਦਾ ਵਾਸੂ ਜੀ ਇੱਕ ਅੱਧੇ ਦਿਨ 'ਚ ਕਲੀਅਰ ਹੋ ਜਾਊਗਾ ਕਿ ਉਹਨਾਂ ਨੂੰ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦਾ ਚੇਅਰਮੈਨ ਲਾਉਂਦੇ ਨੇ ਜਾਂ RTI ਦਾ ਚੇਅਰਮੈਨ ਲਾਉਂਦੇ ਨੇ। ਉਹ ਮੈਨੂੰ ਲੱਗਦਾ ਅੱਜ ਕੱਲ੍ਹ 'ਚ, ਕਿਉਂਕਿ ਇਹ ਨਵੇਂ ਚੀਫ ਸੈਕਟਰੀ ਦਾ ਹੁਣ ਸਾਰਾ ਮਾਮਲਾ ਕਲੀਅਰ ਹੋ ਗਿਆ, ਹੁਣ VK ਜੰਜੂਆ ਦਾ ਵੀ ਇਹ ਸਾਰਾ ਮਾਮਲਾ ਕਲੀਅਰ ਜਲਦੀ ਹੀ ਹੋ ਜਾਊਗਾ। ਜੀ ਵਾਸੂ ਜੀ। ਤੇ ਮਨਪ੍ਰੀਤ ਜੀ, ਨਵਜੋਤ ਸਿੰਘ ਸਿੱਧੂ ਨੇ ਆਪਣੇ ਪਰਿਵਾਰ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਸੋਸ਼ਲ ਮੀਡੀਆ ਤੇ, ਉਹ ਬੜੀਆਂ ਵਾਇਰਲ ਹੋ ਰਹੀਆਂ ਨੇ। ਦੇਖੋ ਆਮ ਤੌਰ ਤੇ ਦੇਖੋ ਵਾਸੂ ਜੀ, ਅਸੀਂ ਜਿਹੜੇ ਪੋਲੀਟੀਸ਼ੀਅਨਸ ਹੁੰਦੇ ਨੇ, ਸਿਆਸਤਦਾਨ ਹੁੰਦੇ ਨੇ, ਉਹਨਾਂ ਦਾ ਇੱਕ ਡਿਫਰੈਂਟ ਚਿਹਰਾ ਦੇਖਦੇ ਆ। ਕਦੇ ਉਹਨਾਂ ਨੂੰ ਪ੍ਰੈਸ ਕਾਨਫਰੰਸਿਸ ਕਰਦੇ ਦੇਖਦੇ ਆ, ਕਦੇ ਉਹ ਭਾਸ਼ਣ ਦੇ ਰਹੇ ਹੁੰਦੇ ਆ। ਬਹੁਤ ਘੱਟ ਸਾਨੂੰ ਇਹਨਾਂ ਦੀ ਨਿੱਜੀ ਜ਼ਿੰਦਗੀ ਬਾਰੇ ਪਤਾ ਹੁੰਦਾ। ਨਾ ਹੀ ਇਹ ਜਿਹੜੇ ਪੋਲੀਟੀਸ਼ੀਅਨ ਨੇ, ਸਿਆਸਤਦਾਨ ਨੇ, ਉਹ ਕਿਸੇ ਤਰ੍ਹਾਂ ਦਾ ਕੋਈ ਆਪਣੀਆਂ ਤਸਵੀਰਾਂ ਜਾਂ ਕੋਈ ਇਸ ਤਰ੍ਹਾਂ ਦੀਆਂ ਗੱਲਾਂ ਸ਼ੇਅਰ ਕਰਦੇ ਨੇ। ਨਵਜੋਤ ਸਿੰਘ ਸਿੱਧੂ ਨੇ ਆਪਣੀ ਜਿਹੜੀ ਹੋਣ ਵਾਲੀ ਡਾਟਰ ਇਨ ਲਾਅ ਜਾਂ ਨੂੰਹ ਆ, ਉਹਦੀ ਤਸਵੀਰ ਸ਼ੇਅਰ ਕੀਤੀ ਹੈ। ਪਿੱਛੇ ਜੇ ਗੰਗਾ ਗਏ ਸੀ, ਉੱਥੇ ਜਾ ਕੇ ਇਹਨਾਂ ਨੇ ਇਸ਼ਨਾਨ ਵੀ ਕੀਤਾ। ਔਰ ਜਿਸ ਤਰ੍ਹਾਂ ਆਪਾਂ ਨੂੰ ਪਤਾ ਹੈ ਕਿ ਨਵਜੋਤ ਸਿੰਘ ਸਿੱਧੂ ਧਰਮ ਕਰਮ ਵਾਲੇ ਬੰਦੇ ਨੇ, ਉੱਥੇ ਜਾ ਕੇ ਇਹਨਾਂ ਨੇ ਦੱਸਿਆ ਕਿ ਇਨਾਇਤ ਰੰਧਾਵਾ ਨਾਮ ਦੀ ਇੱਕ ਲੜਕੀ ਹੈ, ਉਹ ਇਹਨਾਂ ਦੀ ਡਾਟਰ ਇਨ ਲਾਅ ਹੋਣ ਵਾਲੀ ਹੈ। ਤੇ ਕਹਿੰਦੇ ਮੈਨੂੰ ਬਹੁਤ ਮਾਣ ਆ ਕਿਉਂਕਿ ਨਵਜੋਤ ਕੌਰ ਸਿੱਧੂ ਜਿਹੜੇ ਇਸ ਵਕਤ ਕੈਂਸਰ ਤੋਂ ਪੀੜਿਤ ਨੇ, ਦੂਜੇ ਦਰਜੇ ਦਾ ਉਹਨਾਂ ਨੂੰ ਕੈਂਸਰ ਹੋਇਆ ਸੀ ਔਰ ਉਹਨਾਂ ਦੀ ਕੀਮੋਥੈਰੇਪੀਜ਼ ਹੋ ਰਹੀਆਂ ਨੇ। ਉਹਨਾਂ ਦੀ ਕਹਿੰਦੇ ਇਹ ਇੱਛਾ ਸੀ ਕਿ ਉਹਨਾਂ ਦਾ ਜਿਹੜਾ ਬੇਟਾ ਉਹ ਜਲਦੀ ਵਿਆਹ ਕਰਵਾਵੇ। ਇੱਕ ਤਾਂ ਉਹਨਾਂ ਨੇ ਇਹ ਗੱਲ ਕਹੀ ਆ। ਦੂਸਰੀ ਉਹਨਾਂ ਨੇ ਆਪਣੀ ਪਤਨੀ ਦੀ ਵੀ ਤਸਵੀਰ ਪਾਈ ਆ, ਜਿਹਦੇ ਵਿੱਚ ਉਹ ਯਮੁਨਾ ਨਗਰ ਦਾ ਇੱਕ ਹਸਪੀਟਲ ਆ, ਉੱਥੇ ਜ਼ੇਰੇ ਇਲਾਜ ਨੇ, ਜਿੱਥੇ ਉਹਨਾਂ ਦੀ ਕੀਮੋਥੈਰੇਪੀ ਹੋ ਰਹੀ ਆ। ਉੱਥੇ ਵੀ ਉਹ ਡਾਕਟਰਸ ਦਾ ਧੰਨਵਾਦ ਕਰਦੇ ਹੋਏ ਨਜ਼ਰ ਆ ਰਹੇ ਨੇ। ਦੋਨੇ ਹਸਬੈਂਡ ਵਾਈਫ ਇੱਕ ਦੂਸਰੇ ਦੇ ਪ੍ਰਤੀ ਕਹਿ ਰਹੇ ਨੇ ਕਿ ਇੱਕ ਦੂਸਰੇ ਦਾ ਕਿਉਂਕਿ ਸਾਥ ਦਿੱਤਾ, ਕਦੇ ਅੱਜ ਤੱਕ ਅਸੀਂ ਇਹ ਜ਼ਿੰਦਗੀ ਦੀ, ਚਾਹੇ ਉਹ ਪੋਲੀਟੀਕਲ ਲੜਾਈ ਹੋਵੇ ਤੇ ਚਾਹੇ ਉਹ ਸਿਹਤ ਦੀ ਲੜਾਈ ਹੋਵੇ, ਅਸੀਂ ਲੜਨ ਦੇ ਵਿੱਚ ਕਾਮਯਾਬ ਹੋਏ ਆ। ਸੋ ਇਹ ਇੱਕ ਵੱਖਰਾ ਰੁਖ ਪੋਲੀਟੀਸ਼ੀਅਨ ਦਾ ਨਜ਼ਰ ਆਇਆ ਇਹਨਾਂ ਤਸਵੀਰਾਂ ਰਾਹੀਂ। ਜੀ ਵਾਸੂ ਜੀ। ਤੇ ਮਨਪ੍ਰੀਤ ਜੀ, ਕੈਬਨਿਟ ਮਿਨਿਸਟਰ ਅਨਮੋਲ ਗਗਨ ਮਾਨ ਫਿਰੋਜ਼ਪੁਰ ਦੇ ਵਿੱਚ ਕਿਸੇ ਸੈਰੇਮਨੀ ਤੇ ਗਏ ਤੇ ਉੱਥੇ ਉਹਨਾਂ ਨੇ ਆਪਣੀ ਪਾਰਟੀ ਦੇ MLA ਨੂੰ ਪਛਾਣਿਆ ਨਹੀਂ। ਬਿਲਕੁਲ,
ਤੁਸੀਂ ਦੇਖੋ ਕਈ ਵਾਰੀ ਇਸ ਤਰ੍ਹਾਂ ਵੀ ਹੋ ਜਾਂਦਾ। ਪਿੱਛੇ ਜੇ ਮੈਨੂੰ ਯਾਦ ਆ ਜਦੋਂ ਬਰਜਿੰਦਰ ਸਿੰਘ ਹਮਦਰਦ ਨੇ ਆਪੋਜੀਸ਼ਨ ਪਾਰਟੀਆਂ ਨੂੰ ਇਕੱਠੇ ਕੀਤਾ ਸੀ ਕਿ ਉਹਨਾਂ ਨੂੰ ਦੇਖੋ ਜੀ ਇੱਕ ਤਰ੍ਹਾਂ ਬੁਲਾਵਾ ਆ ਰਿਹਾ ਵਿਜੀਲੈਂਸ ਬਿਊਰੋ ਤੋਂ ਜਾਂ ਪ੍ਰੈਸ ਫ੍ਰੀਡਮ ਤੇ ਹਮਲਾ, ਤੇ ਉੱਥੇ ਪ੍ਰਤਾਪ ਸਿੰਘ ਬਾਜਵਾ ਬੋਲੇ ਸੀ, ਤੁਹਾਨੂੰ ਯਾਦ ਹੋਣਾ, ਕਿ ਇਹ ਐਮਐਲਏ ਤਾਂ ਇੱਕ ਦੂਸਰੇ ਨੂੰ ਪਛਾਣਦੇ ਤੱਕ ਨਹੀਂ। ਲਗਭਗ ਉਹੀ ਗੱਲ ਹੋਈ ਜਦੋਂ ਅਨਮੋਲ ਗਗਨ ਮਾਨ ਜਿਹੜੇ ਕਲਚਰ ਤੇ ਟੂਰਿਜ਼ਮ ਮਿਨਿਸਟਰ ਨੇ, ਉਹਨਾਂ ਨੇ ਸਾਰਾਗੜ੍ਹੀ ਮੈਮੋਰੀਅਲ ਫਿਰੋਜ਼ਪੁਰ ਦੇ ਵਿੱਚ ਉਹਦੀ ਇਨੋਗ੍ਰੇਸ਼ਨ ਕਰਨੀ ਸੀ, ਤੇ ਉੱਥੋਂ ਦੇ ਲੋਕਲ ਇੱਕ ਐਮਐਲਏ ਰਘਵੀਰ ਸਿੰਘ ਭੁੱਲਰ ਉਹ ਨਾਲ ਹੁੰਦੇ ਨੇ, ਨਾਲ ਉਹਨਾਂ ਦੇ ਖੜੇ ਹੁੰਦੇ ਨੇ। ਉਹ ਕਹਿੰਦੇ ਨਹੀਂ ਜੀ ਇੱਥੋਂ ਦੇ ਲੋਕਲ ਐਮਐਲਏ ਨੂੰ ਬੁਲਾਓ, ਤੇ ਉਹ ਐਮਐਲਏ ਬਾਅਦ ਚ ਦੱਸਦੇ ਨੇ ਕਹਿੰਦੇ ਮੈਂ ਹੀ ਐਮਐਲਏ ਆ। ਫਿਰ ਉਹਨਾਂ ਨੂੰ ਕਾਫੀ ਐਮਬੈਰਸਮੈਂਟ ਵੀ ਹੁੰਦੀ ਆ। ਸੋ ਇਹ ਜਿਹੜੀ ਗੱਲ ਪ੍ਰੈਕਟੀਕਲੀ ਵੀ ਹੈ ਕਿ ਇਹ ਜਿਹੜੇ 92 ਐਮਐਲਏ ਆ ਬਹੁਤ ਸਾਰੇ ਇੱਕ ਦੂਸਰੇ ਨੂੰ ਪਹਿਚਾਣਦੇ ਤੱਕ ਨਹੀਂ, ਕਿਉਂਕਿ ਕਦੇ ਆਪਸ ਦੇ ਵਿੱਚ ਮੁਲਾਕਾਤ ਵੀ ਨਹੀਂ ਹੁੰਦੀ। ਤੇ ਜੇ ਮੰਤਰੀ ਨਹੀਂ ਪਛਾਣਦੇ ਤੇ ਤੁਸੀਂ ਆਪ ਸਮਝ ਲਓ ਵਾਸੂ ਜੀ, ਆਮ ਲੋਕ ਕੀ ਪਹਿਚਾਣਦੇ ਹੋਣਗੇ। ਜੀ ਵਾਸੂ ਜੀ। ਤੇ ਮਨਪ੍ਰੀਤ ਜੀ, ਕੇਂਦਰੀ ਸਰਕਾਰ ਦੀ ਭਾਰਤ ਵਿੱਚ ਇਸ ਗੱਲ ਨੂੰ ਲੈ ਕੇ ਬੜੀ ਆਲੋਚਨਾ ਹੁੰਦੀ ਰਹੀ ਕਿ ਮਨੀਪੁਰ ਦੇ ਵਿੱਚ ਹਿੰਸਾ ਦਾ ਦੌਰ ਹੁਣ ਕਈ ਮਹੀਨਿਆਂ ਤੋਂ ਜਾਰੀ ਹੈ ਤੇ ਕੇਂਦਰੀ ਸਰਕਾਰ ਉਹਨੂੰ ਇੱਕ ਪ੍ਰਾਇੋਰਟੀ ਵਜੋਂ ਲੈ ਹੀ ਨਹੀਂ ਰਹੀ। ਪ੍ਰਧਾਨ ਮੰਤਰੀ ਵਿਦੇਸ਼ੀ ਦੌਰਿਆਂ ਤੇ ਜਾ ਰਹੇ ਨੇ ਤੇ ਹੁਣ ਇਜਿਪਟ ਤੇ ਯੂਐਸ ਦੇ 5 ਦਿਨਾਂ ਦੇ ਦੌਰੇ ਤੋਂ ਵਾਪਸ ਆਏ ਨੇ ਤੇ ਹੁਣ ਉਹਨਾਂ ਨੇ ਕਿਹਾ ਇੱਕ ਹਾਈ ਲੈਵਲ ਮੀਟਿੰਗ ਬੁਲਾਈ ਜਾਏਗੀ। ਵਾਕਿਆ ਮੈਨੂੰ ਲੱਗਦਾ ਕੇਂਦਰ ਸਰਕਾਰ ਲਈ, ਭਾਰਤੀ ਜਨਤਾ ਪਾਰਟੀ ਲਈ, ਕਿਉਂਕਿ ਇਹ ਗੱਲਾਂ ਤਾਂ ਬਹੁਤ ਕਰਦੇ ਨੇ ਕਿ ਦੇਖੋ ਜੀ ਡਬਲ ਇੰਜਨ ਦੀ ਸਰਕਾਰ ਬਣਾ ਦਿਓ, ਸਟੇਟ 'ਚ ਵੀ ਬਣਾ ਦਿਓ, ਕੇਂਦਰ 'ਚ ਸਾਡੀ ਸਰਕਾਰ ਆ, ਆਪਾਂ ਮਿਲ ਕੇ ਬਹੁਤ ਤਰੱਕੀ ਕਰਾਂਗੇ। ਤੁਸੀਂ ਦੇਖੋ ਲਗਭਗ 2 ਮਹੀਨੇ ਹੋ ਗਏ, 3 ਮਈ ਤੋਂ ਇਹ ਵਾਇਲੈਂਸ, ਇਹ ਹਿੰਸਾ ਸ਼ੁਰੂ ਹੋਈ ਹੋਈ ਹੈ। 120 ਤੋਂ ਵੱਧ ਵਿਅਕਤੀਆਂ ਦੀ ਜਾਨ ਚਲੀ ਗਈ ਹੈ ਜੋ ਅਧਿਕਾਰਿਕ ਸੂਚਨਾ ਆਈ ਹੈ। ਇਸੇ ਤਰ੍ਹਾਂ 3000 ਤੋਂ ਵੀ ਵੱਧ ਜ਼ਖਮੀ ਹੋ ਜਾਂਦੇ ਨੇ ਇਸ ਵਾਇਲੈਂਸ ਦੇ ਵਿੱਚ। 50,000 ਤੋਂ ਵੱਧ ਵਿਅਕਤੀ ਡਿਸਪਲੇਸ ਹੋ ਜਾਂਦੇ ਨੇ, ਬੇਘਰ ਹੋ ਜਾਂਦੇ ਨੇ, ਔਰ ਉਸ ਤੋਂ ਬਾਅਦ ਵੀ ਇਸ ਸਰਕਾਰ ਦੀ ਨੀਂਦ ਨਹੀਂ ਖੁੱਲਦੀ। 3-4 ਦਿਨ ਅਮਿਤ ਸ਼ਾਹ ਗ੍ਰਹਿ ਮੰਤਰੀ ਭਾਰਤ ਦੇ ਉਹ ਲਾ ਕੇ ਆਉਂਦੇ ਨੇ ਤਾਂ ਵੀ ਕੁਝ ਨਹੀਂ ਹੁੰਦਾ। ਇਸ ਤੋਂ ਬਾਅਦ ਜਦੋਂ ਅਮਰੀਕਾ ਜਾਂਦੇ ਨੇ ਭਾਰਤ ਦੇ ਪ੍ਰਧਾਨ ਮੰਤਰੀ, ਉੱਥੇ ਵੀ ਧਰਨੇ ਪ੍ਰਦਰਸ਼ਨ ਹੁੰਦੇ ਨੇ। ਮਨੀਪੁਰ ਦੇ ਮੂਲ ਦੇ ਜਿਹੜੇ ਵਿਅਕਤੀ ਉੱਥੇ ਰਹਿ ਰਹੇ ਹੁੰਦੇ ਨੇ ਉਹ ਵੀ ਯਾਦ ਕਰਾਉਂਦੇ ਨੇ। ਔਰ ਇਸ ਫੇਰੀ ਤੋਂ ਜਾਣ ਤੋਂ ਪਹਿਲਾਂ ਵਾਸੂ ਜੀ ਤੁਹਾਨੂੰ ਮੈਂ ਇੱਕ ਗੱਲ ਦੱਸਦਾ ਕਿ ਪ੍ਰਧਾਨ ਮੰਤਰੀ ਨੂੰ ਮਿਲਣ ਇੱਕ ਵਫਦ ਗਿਆ ਸੀ, ਉੱਥੋਂ ਦੇ ਲੋਕਲ ਲੀਡਰ ਗਏ ਸੀ ਤੇ ਪ੍ਰਧਾਨ ਮੰਤਰੀ ਉਹਨਾਂ ਨੂੰ ਮਿਲੇ ਤੱਕ ਨਹੀਂ ਸੀ। ਔਰ ਉਸ ਤੋਂ ਬਾਅਦ ਉਹਨਾਂ ਦੀ ਐਬਸੈਂਸ ਦੇ ਵਿੱਚ ਪੋਲੀਟੀਕਲ ਪਾਰਟੀਆਂ ਦੀਆਂ ਜਿਹੜੀਆਂ ਹੈਗੀਆਂ ਆਲ ਪਾਰਟੀ ਮੀਟਿੰਗ ਬੁਲਾਈ ਜਾਂਦੀ ਆ, ਉਹ ਇਸ ਕਰਕੇ ਰੱਦ ਹੋ ਜਾਂਦੀ ਆ ਕਿਉਂਕਿ ਪ੍ਰਧਾਨ ਮੰਤਰੀ ਖੁਦ ਉਹ 'ਚ ਨਹੀਂ ਹੁੰਦੇ। ਆਖਿਰਕਾਰ ਹੁਣ ਇਹਨਾਂ ਨੇ ਇੱਕ ਹਾਈ ਲੈਵਲ ਕਮੇਟੀ ਬੁਲਾਈ ਆ, ਦੇਖਦੇ ਆ ਕਿ ਇਹਦੇ ਵਿੱਚ ਕੀ ਫੈਸਲਾ ਲਿਆ ਜਾਂਦਾ। ਹੁਣ ਤਾਂ ਬਲਕਿ ਗੱਲ ਇਹ ਵੀ ਹੋ ਗਈ ਹੈ ਕਿ ਇੱਥੇ ਪ੍ਰੈਜ਼ੀਡੈਂਟ ਰੂਲ ਲਾਇਆ ਜਾਵੇ, ਇੱਥੇ ਕੇਂਦਰ ਦਾ ਰੂਲ ਲਾਇਆ ਜਾਵੇ। ਪਰ ਇਹ ਜਿਹੜੀ ਹਿੰਸਾ ਹੋ ਰਹੀ ਆ, ਜੇ ਇਸ ਦੇ ਵਿੱਚ, ਕਿਉਂਕਿ ਇਹ ਤਾਂ ਪਤਾ ਹੀ ਆਪਾਂ ਨੂੰ ਇਹਦੇ ਵਿੱਚ ਕੇਂਦਰ ਸਰਕਾਰ ਪੂਰੀ ਤਰ੍ਹਾਂ ਨਾਕਾਮਯਾਬ ਰਹੀ ਹੈ, ਕਿੰਨੀਆਂ ਸਿਕਿਉਰਿਟੀ ਫੋਰਸਿਸ ਉੱਥੇ ਲਾ ਦਿੱਤੀਆਂ ਗਈਆਂ, ਇਸ ਦੇ ਬਾਵਜੂਦ ਇੱਕ ਛੋਟੇ ਜਿਹੇ ਰਾਜ ਦੇ ਵਿੱਚ ਇੰਨੀ ਹਿੰਸਾ ਹੋਣੀ ਆਪਣੇ ਆਪ ਦੇ ਵਿੱਚ ਅਨਪ੍ਰੈਸੀਡੈਂਟਡ ਆ। ਪਰ ਇਹਦੇ ਲਈ ਮੈਨੂੰ ਲੱਗਦਾ ਪੂਰੀ ਤਰ੍ਹਾਂ ਕੇਂਦਰ ਸਰਕਾਰ ਜ਼ਿੰਮੇਵਾਰ ਹੈ। ਜੀ ਵਾਸੂ ਜੀ। ਮਨਪ੍ਰੀਤ ਜੀ, ਇਹਨਾਂ ਸਾਰੀਆਂ ਖਬਰਾਂ ਲਈ, ਇਸ ਸਾਰੇ ਐਨਾਲਿਸਿਸ ਲਈ ਤੁਹਾਡਾ ਬਹੁਤ ਧੰਨਵਾਦ ਜੀ। ਬਹੁਤ ਜਲਦ ਫੇਰ ਗੱਲਬਾਤ ਹੋਏਗੀ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਵਾਸੂ ਜੀ।